Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 145ਵੇਂ ਅੰਗ ਦੀ ਵਿਆਖਿਆ ਕਰਦੇ ਹਾਂ ਜੀ। ਸ਼ਲੋਕ ਮਹਿਲਾ ਪਹਿਲਾ। ਤੁਧ ਭਾਵੈ ਤਾਂ ਵਾਹਵੈ ਗਾਵੈ, ਤੁਧ ਭਾਵੈ ਜਲ ਨਹਾਵੈ, ਜਾ ਤੁਧ ਭਾਵੈ ਤਾ ਕਰਹਿ ਵਿਭੂਤਾ, ਸਿੰਝੀ ਨਾਦ ਵਜਾਵੈ। ਕਹਿੰਦੇ ਜਦੋਂ ਤੇਰੀ ਰਜ਼ਾ ਹੁੰਦੀ ਹੈ ਤਾਂ ਹੀ ਜੀਵ ਤੇਰੀ ਵਾਹ-ਵਾਹ ਕਰਦਾ ਹੈ, ਤੇਰੇ ਗੁਣ ਗਾਉਂਦਾ ਹੈ, ਤੀਰਥ ਇਸ਼ਨਾਨਾਂ ਦੇ ਉੱਪਰ ਇਸ਼ਨਾਨ ਕਰਨ ਜਾਂਦਾ ਹੈ। ਤੇਰੀ ਰਜ਼ਾ ਦੇ ਸਿਰ ਤੇ ਹੈ। ਜਿੰਨਾ ਚਿਰ ਤੇਰੀ ਰਜ਼ਾ ਨਹੀਂ ਹੁੰਦੀ, ਜਿੰਨਾ ਚਿਰ ਜੀਵ ਦੇ ਉੱਤੇ ਤੇਰੀ ਮਿਹਰ ਨਹੀਂ ਹੁੰਦੀ, ਉਨਾ ਚਿਰ ਉਹ ਇਹਨਾਂ ਚੀਜ਼ਾਂ ਦੇ ਬਾਰੇ 'ਚ ਨਹੀਂ ਸੋਚਦਾ। ਫਿਰ ਕਹਿੰਦੇ ਕਿ ਜਾ ਤੁਧ ਭਾਵੈ ਤਾਂ ਕਰੇ ਵਿਭੂਤਾ। ਵਿਭੂਤ ਜਿਹੜੀ ਹੁੰਦੀ ਆ ਉਹ ਭਭੂਤੀ ਜਿਹਨੂੰ ਕਹਿ ਦਿੰਦੇ ਆ, ਜੋ ਕਿ ਜੋਗੀ ਆਪਣੇ ਪਿੰਡਿਆਂ ਦੇ ਉੱਪਰ ਸਵਾਹ ਮਲਦੇ ਹਨ। ਤਾਂ ਕਹਿੰਦੇ ਕਿ ਜੇ ਤੇਰੀ ਰਜ਼ਾ ਹੋਵੇ ਤਾਂ ਇਨਸਾਨ ਉੱਦਾਂ ਕਰਨ ਲੱਗ ਜਾਂਦਾ ਹੈ, ਆਪਣੇ ਪਿੰਡੇ ਦੇ ਉੱਪਰ, ਆਪਣੇ ਸਰੀਰ ਦੇ ਉੱਪਰ ਸਵਾਹ ਮਲਣ ਲੱਗ ਜਾਂਦਾ ਹੈ ਤੇ ਉਹਨੂੰ ਤੇਰਾ ਦਿੱਤਾ ਹੋਇਆ ਇੱਕ ਕਾਰਜ ਸਮਝਦਾ ਹੈ ਜਾਂ ਤੇਰੇ ਨਾਲ ਸਾਂਝ ਪਾਉਣ ਦਾ ਇੱਕ ਜਰੀਆ ਸਮਝਦਾ ਹੈ। ਤੇ ਸਿੰਝੀ ਨਾਦ ਵਜਾਵੈ, ਤੇ ਸਿੰਝੀ ਦਾ ਨਾਦ ਵਜਾਉਂਦਾ ਹੈ। ਸਭ ਕੁਝ ਇਹ ਤੇਰੀ ਰਜ਼ਾ ਦੇ ਨਾਲ ਹੀ ਹੋ ਰਿਹਾ ਹੈ। ਜਾ ਤੁਧ ਭਾਵੈ ਤਾਂ ਪੜ੍ਹੇ ਕਿਤਾਬਾ, ਮੁੱਲਾ ਸ਼ੇਖ ਕਹਾਵੈ। ਜੇ ਤੇਰੀ ਰਜ਼ਾ ਹੋਵੇ ਤਾਂ ਇਨਸਾਨ ਕੁਰਾਨ ਆਦਿਕ ਧਾਰਮਿਕ ਕਿਤਾਬਾਂ ਵੀ ਪੜ੍ਹਦਾ ਹੈ ਤੇ ਆਪਣੇ ਆਪ ਨੂੰ ਮੁੱਲਾ ਤੇ ਸ਼ੇਖ ਅਖਵਾਉਂਦਾ ਹੈ। ਜਾ ਤੁਧ ਭਾਵੈ ਤਾਂ ਹੋਵੈ ਰਾਜੇ, ਰਸ ਕਸ ਬਹੁਤ ਕਮਾਵੈ। ਕਿ ਜੇ ਤੇਰੀ ਰਜ਼ਾ ਹੋਵੇ ਤਾਂ ਜੀਵ ਰਾਜੇ ਬਣ ਜਾਂਦੇ ਹਨ ਤੇ ਕਈ ਤਰ੍ਹਾਂ ਦੇ ਸਵਾਦਾਂ ਦੇ ਭੋਜਨ ਵਰਤਦੇ ਹਨ, ਭੋਜਨਾਂ ਦਾ ਆਨੰਦ ਮਾਣਦੇ ਹਨ। ਕਸ ਤੋਂ ਭਾਵ ਕਈ ਕਿਸਮ ਦੇ ਤੇ ਰਸ ਤੋਂ ਭਾਵ ਸਵਾਦਲੇ ਭੋਜਨ। ਜਾ ਤੁਧ ਭਾਵੈ ਤੇਗ ਵਗਾਵੈ, ਸਿਰ ਮੁੰਡੀ ਕੱਟ ਜਾਵੈ। ਜੇ ਤੇਰੀ ਰਜ਼ਾ ਹੋਵੇ, ਜੇ ਤੈਨੂੰ ਚੰਗਾ ਲੱਗੇ, ਜੇ ਤੈਨੂੰ ਭਾਵੇ, ਕਈ ਜੀਵ ਤਲਵਾਰਾਂ ਵੀ ਚਲਾਉਂਦੇ ਹਨ ਤੇ ਉਹ ਤਲਵਾਰਾਂ ਚਲਾਉਣ ਦਾ ਜੋ ਕਾਰਜ ਹੈ ਉਹਦੇ ਵਿੱਚ, ਜਿਸ ਤਰ੍ਹਾਂ ਕਿ ਜੰਗ ਆਦਿਕ ਦੇ ਵਿੱਚ ਤਲਵਾਰਾਂ ਚਲਾਈਆਂ ਜਾਂਦੀਆਂ ਨੇ, ਉਹ ਵੀ ਪੁਰਾਣੇ ਸਮਿਆਂ ਦੀ ਗੱਲ ਹੋ ਗਈ ਹੈ ਹੁਣ ਤਾਂ ਉੱਥੇ ਸਿਰ ਮੁੰਡੀ ਕੱਟ ਜਾਵੈ। ਉੱਥੇ ਸਿਰ ਜੋ ਹੈ ਧੌਣ ਦੇ ਨਾਲੋਂ ਵੱਖਰੇ ਹੋ ਜਾਂਦੇ ਨੇ, ਚਲਾਉਣ ਵਾਲੇ ਦੇ ਵੀ ਹੋ ਜਾਂਦੇ ਨੇ ਤੇ ਜਿਹਦੇ ਉੱਤੇ ਉਹ ਤਲਵਾਰ ਚਲਾ ਰਿਹਾ ਉਹਦੇ ਵੀ ਹੋ ਸਕਦੇ ਨੇ। ਜਿਹਦਾ ਵਾਰ ਪਹਿਲਾਂ ਚੱਲ ਗਿਆ ਉਹ ਦੂਸਰੇ ਦਾ ਸਿਰ ਅਲੱਗ ਕਰ ਦਿੰਦਾ ਹੈ। ਜਾ ਤੁਧ ਭਾਵੈ ਜਾਹੇ ਦਸੰਤਰ, ਸੁਣ ਗੱਲਾਂ ਘਰ ਆਵੈ। ਜੇ ਤੈਨੂੰ ਭਾਏ ਤਾਂ ਜੀਵ ਪ੍ਰਦੇਸਾਂ ਦੇ ਵਿੱਚ ਵੀ ਚਲੇ ਜਾਂਦੇ ਨੇ। ਦਸੰਤਰ ਤੋਂ ਭਾਵ ਦੂਰ ਥਾਂ ਤੇ ਜਾਣਾ, ਤੇ ਸੁਣ ਗੱਲਾਂ ਘਰ ਆਵੈ ਤੇ ਉਧਰ ਦੀਆਂ ਗੱਲਾਂ ਸੁਣ ਕੇ ਜਾਣਕਾਰੀ ਹਾਸਲ ਕਰਕੇ ਕੋਈ ਸਿੱਖਿਆ ਲੈ ਕੇ ਵਾਪਸ ਘਰ ਵੀ ਆ ਜਾਂਦੇ ਨੇ। ਜਾ ਤੁਧ ਭਾਵੈ ਨਾਏ ਰਚਾਵੈ, ਤੁਧ ਭਾਣੇ ਤੂੰ ਭਾਵੈ। ਨਾਨਕ ਏਕ ਕਹਿ ਬੇਨੰਤੀ, ਹੋਰ ਸਗਲੇ ਕੂੜ ਕਮਾਵੈ। ਕਹਿੰਦੇ ਇਹ ਵੀ ਤੇਰੀ ਹੀ ਕਿਰਪਾ ਹੈ, ਤੇਰੀ ਹੀ ਰਜ਼ਾ ਹੈ ਕਿ ਕਈ ਜੀਵ ਤੇਰੇ ਨਾਮ ਦੇ ਵਿੱਚ ਰਚ ਜਾਂਦੇ ਹਨ। ਜਾ ਤੁਧ ਭਾਵੈ ਨਾਏ ਰਚਾਵੈ, ਕਿ ਆਪਣੇ ਨਾਮ ਦੇ ਵਿੱਚ ਤੂੰ ਜੀਵਾਂ ਨੂੰ ਰਚਾ ਲੈਂਦਾ ਹੈ। ਤੇ ਤੁਧ ਭਾਣੇ ਤੂੰ ਭਾਵੈ, ਕਿ ਜਿਹੜੇ ਤੇਰੀ ਰਜ਼ਾ ਦੇ ਵਿੱਚ ਚੱਲਦੇ ਨੇ ਉਹ ਤੈਨੂੰ ਪਿਆਰੇ ਵੀ ਲੱਗਦੇ ਨੇ। ਨਾਨਕ ਨਿਮਾਣਾ ਇੱਕ ਬੇਨਤੀ ਕਰਦਾ ਹੈ ਤੇਰੇ ਅੱਗੇ, ਅਰਜ਼ ਕਰਦਾ ਹੈ ਕਿ ਤੇਰੀ ਰਜ਼ਾ ਦੇ ਵਿੱਚ ਤੁਰਨ ਤੋਂ ਬਿਨਾਂ ਹੋਰ ਸਾਰੇ ਜਿਹੜੇ ਕਾਰਜ ਨੇ, ਹੋਰ ਸਗਲੇ ਕਾਰਜ ਉਹ ਹੈਗੇ ਆ ਕੂੜ ਕਮਾਵੈ, ਕਿ ਉਹ ਕੂੜ ਕਮਾਉਣ ਦੇ ਬਰਾਬਰ ਨੇ, ਕੂੜੇ ਦਾ ਵਪਾਰ ਕਰਨ ਦੇ ਬਰਾਬਰ ਨੇ। ਮਹਿਲਾ ਪਹਿਲਾ। ਜਾ ਤੂੰ ਵੱਡਾ ਸਭ ਵਡਿਆਈਆਂ, ਚੰਗਾ ਚੰਗਾ ਹੋਈ। ਜਾ ਤੂੰ ਸੱਚਾ ਤਾਂ ਸਭ ਕੋ ਸੱਚਾ, ਕੂੜਾ ਕੋਏ ਨਾ ਕੋਈ। ਕਹਿੰਦੇ ਜਾ ਤੂੰ ਵੱਡਾ, ਕਿ ਜਦੋਂ ਤੂੰ ਵੱਡਾ ਹੈ, ਵਿਸ਼ਾਲ ਹੈ, ਕਰਤਾਰ ਹੈ, ਇਸ ਜਗਤ ਨੂੰ ਤੂੰ ਰਚਿਆ ਹੈ, ਤਾਂ ਸਭ ਵਡਿਆਈਆਂ, ਇਸ ਜਗਤ ਦੇ ਹਰ ਸ਼ੈ ਦੇ ਵਿੱਚ, ਹਰ ਕਣ ਦੇ ਵਿੱਚ ਤੂੰ ਵਸ ਰਿਹਾ ਹੈ, ਤਾਂ ਸਭ ਵਡਿਆਈਆਂ, ਤਾਂ ਜੋ ਵੀ ਇਸ ਜਗਤ ਦੇ ਵਿੱਚ ਚੱਲ ਰਿਹਾ ਹੈ, ਪਸਰ ਰਿਹਾ ਹੈ, ਉਹ ਸਾਰੀਆਂ ਤੇਰੀਆਂ ਹੀ ਵਡਿਆਈਆਂ ਨੇ। ਚੰਗਾ ਚੰਗਾ ਹੋਈ, ਜਦ ਹਰ ਸ਼ੈ ਦੇ ਵਿੱਚ ਤੇਰਾ ਅੰਸ਼ ਮੌਜੂਦ ਹੈ ਤਾਂ ਹਰ ਸ਼ੈ ਹੀ ਚੰਗੀ ਹੈ, ਕਿਉਂਕਿ ਚੰਗੇ ਤੋਂ ਚੰਗਿਆਈ ਹੀ ਉਤਪੰਨ ਹੋ ਸਕਦੀ ਹੈ। ਜਾ ਤੂੰ ਸੱਚਾ ਤਾਂ ਸਭ ਕੋ ਸੱਚਾ।
ਕਹਿੰਦੇ ਜਦੋਂ ਇਸ ਗੱਲ ਦਾ ਯਕੀਨ ਵੱਜ ਜਾਏ, ਯਕੀਨ ਹੋ ਜਾਏ ਕਿ ਤੂੰ ਸੱਚਾ ਪ੍ਰਭੂ ਸਿਰਜਣਹਾਰ ਹੈ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ, ਤਾਂ ਫਿਰ ਸਾਰੀ ਸ੍ਰਿਸ਼ਟੀ ਹੀ ਸੱਚੀ ਲੱਗਣ ਲੱਗ ਜਾਂਦੀ ਹੈ, ਹਰ ਜੀਵ ਹੀ ਸੱਚਾ ਲੱਗਣ ਲੱਗ ਜਾਂਦਾ ਹੈ, ਕੂੜਾ ਕੋਈ ਨਾ ਕੋਈ। ਕਿਉਂਕਿ ਹਰ ਜੀਵ ਦੇ ਵਿੱਚ ਤੂੰ ਵਸਦਾ ਹੈ, ਤਾਂ ਇਸ ਲਈ ਕੋਈ ਵੀ ਜੀਵ ਕੂੜਾ ਨਹੀਂ ਹੋ ਸਕਦਾ। ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ, ਧਾਤ ਸ਼ਬਦ ਤੋਂ ਇੱਥੇ ਅਰਥ ਹੈ ਮਾਇਆ। ਕਹਿੰਦੇ ਜੋ ਅਸੀਂ ਆਖਦੇ ਹਾਂ, ਜੋ ਅਸੀਂ ਵੇਖਦੇ ਹਾਂ, ਬੋਲਦੇ ਹਾਂ, ਜੋ ਬੋਲਚਾਲ ਸਾਡੀ ਇਸ ਦੁਨੀਆ ਦੇ ਵਿੱਚ ਹੁੰਦੀ ਹੈ, ਜੋ ਜੀਵਨ ਤੇ ਮਰਨ ਦਾ ਚੱਕਰ ਇਸ ਦੁਨੀਆ ਦੇ ਵਿੱਚ ਚੱਲਦਾ ਹੈ, ਉਹ ਸਭ ਕੁਝ ਮਾਇਆ ਰੂਪ ਹੈ, ਉਹ ਅਸਲੀਅਤ ਨਹੀਂ ਹੈ। ਅਸਲੀਅਤ ਉਹ ਪ੍ਰਮਾਤਮਾ ਆਪ ਹੈ, ਜਿਹੜਾ ਕਿ ਹੁਕਮ ਸਾਜ ਹੁਕਮੈ ਵਿੱਚ ਰਾਖੇ, ਨਾਨਕ ਸੱਚਾ ਆਪ। ਉਹ ਸੱਚਾ ਪ੍ਰਮਾਤਮਾ ਜਿਹੜਾ ਕਿ ਆਪ ਹੀ ਆਪਣੇ ਹੁਕਮ ਦੇ ਨਾਲ ਇਸ ਸ੍ਰਿਸ਼ਟੀ ਨੂੰ ਉਪਾਜਦਾ ਹੈ, ਆਪ ਹੀ ਆਪਣੇ ਹੁਕਮ ਦੇ ਨਾਲ ਇਸ ਸ੍ਰਿਸ਼ਟੀ ਦੇ ਵਿੱਚ ਜਿੰਨੇ ਵੀ ਜੀਵ ਨੇ ਉਹਨਾਂ ਨੂੰ ਆਪਣੀ ਰਜ਼ਾ ਦੇ ਵਿੱਚ ਰੱਖਦਾ ਹੈ, ਆਪਣੇ ਹੁਕਮ ਦੇ ਵਿੱਚ ਬੰਨ੍ਹ ਕੇ ਰੱਖਦਾ ਹੈ। ਪੌੜੀ। ਸਤਿਗੁਰ ਸੇਵ ਨਿਸੰਗ ਭਰਮ ਚੁਕਾਈਐ, ਸਤਿਗੁਰ ਆਖੈ ਕਾਰ ਸੋ ਕਾਰ ਕਮਾਈਐ। ਨਿਸੰਗ ਤੋਂ ਭਾਵ ਸੱਚੇ ਦਿਲੋਂ, ਪੂਰੇ ਦਿਲ ਦੇ ਨਾਲ ਜਦੋਂ ਅਸੀਂ ਕੋਈ ਚੀਜ਼ ਕਰਦੇ ਹਾਂ ਬਿਨਾਂ ਕਿਸੇ ਸੰਗ ਸ਼ਰਮ ਦੇ, ਤਾਂ ਕਹਿੰਦੇ ਸਤਿਗੁਰ ਸੇਵ ਨਿਸੰਗ, ਕਿ ਜੇਕਰ ਅਸੀਂ ਪੂਰੇ ਸੱਚੇ ਦਿਲੋਂ ਸੱਚੇ ਗੁਰੂ ਦੀ ਸੇਵਾ ਕਰੀਏ, ਉਹਦੇ ਦੱਸੇ ਹੋਏ ਰਾਹ ਦੇ ਉੱਤੇ ਚੱਲੀਏ, ਤਾਂ ਭਰਮ ਚੁਕਾਈਏ, ਤਾਂ ਸਾਡੇ ਭਰਮ ਨੇ ਜਿਹੜੇ ਦੂਰ ਹੋ ਜਾਂਦੇ ਨੇ, ਭਟਕਣਾ ਦੂਰ ਹੋ ਜਾਂਦੀ ਹੈ। ਉਹੀ ਕੰਮ ਕਰਨਾ ਚਾਹੀਦਾ ਹੈ। ਸਤਿਗੁਰ ਆਖੈ ਕਾਰ ਸੋ ਕਾਰ ਕਮਾਈਆ, ਜਿਹੜਾ ਸੱਚਾ ਗੁਰੂ ਸਾਨੂੰ ਕਰਨ ਦੇ ਲਈ ਆਖੇ। ਸਤਿਗੁਰ ਹੋਏ ਦਇਆਲ ਤਾਂ ਨਾਮ ਧਿਆਈਐ, ਕਿ ਜੇ ਸੱਚੇ ਗੁਰੂ ਦੀ ਮਿਹਰ ਸਾਡੇ ਤੇ ਹੋਵੇ ਤਾਂ ਹੀ ਅਸੀਂ ਉਸ ਪਰਮਾਤਮਾ ਦਾ ਨਾਮ ਸਿਮਰ ਸਕਦੇ ਹਾਂ। ਲਾਹਾ ਭਗਤ ਸੋ ਸਾਰ ਗੁਰਮੁਖ ਪਾਈਐ। ਲਾਹਾ ਭਗਤ ਤੋਂ ਭਾਵ ਕਿ ਪਰਮਾਤਮਾ ਦੀ ਭਗਤੀ ਰੂਪੀ ਲਾਭ, ਉਹ ਸਾਨੂੰ ਉਦੋਂ ਮਿਲਦਾ ਹੈ ਜਦੋਂ ਅਸੀਂ ਗੁਰਮੁਖ ਬਣ ਜਾਂਦੇ ਹਾਂ। ਮਨਮੁਖ ਕੂੜ ਗੁਬਾਰ ਕੂੜ ਕਮਾਈਐ, ਸੱਚੇ ਦਇ ਦਰ ਜਾਏ ਸੱਚ ਚੰਬਾਈਐ। ਹੁਣ ਜਿਹੜਾ ਗੁਰਮੁਖ ਹੈ ਉਹ ਤਾਂ ਪ੍ਰਮਾਤਮਾ ਦੀ ਬੰਦਗੀ ਰੂਪੀ ਚੰਗਾ ਲਾਹਾ, ਚੰਗਾ ਲਾਭ ਖੱਟ ਲੈਂਦਾ ਹੈ, ਪਰ ਜਿਹੜਾ ਮਨਮੁਖ ਹੈ, ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਨ ਵਾਲਾ ਮਨੁੱਖ ਹੈ, ਉਹ ਨਿਰਾ ਹਨੇਰਾ ਹੀ ਖੱਟਦਾ ਹੈ, ਕੂੜਾ ਹੀ ਖੱਟਦਾ ਹੈ। ਸੱਚੇ ਦਇ ਦਰ ਜਾਏ ਸੱਚ ਚਵਾਈਐ। ਚਵਾਈਐ ਦਾ ਭਾਵ ਹੈ ਬੋਲਣਾ, ਜਪਣਾ। ਕਹਿੰਦੇ ਜੇਕਰ ਅਸੀਂ ਸੱਚੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜੁੜ ਕੇ ਸੱਚੇ ਦਇ ਦਰ ਜਾਏ ਸੱਚ ਚਵਾਈਐ, ਉਸ ਪਰਮਾਤਮਾ ਦਾ ਨਾਮ ਜਪੀਏ, ਤਾਂ ਸੱਚਾ ਅੰਦਰ ਮਹਿਲ ਸੱਚ ਬੁਲਾਈਐ, ਤਾਂ ਉਸ ਸੱਚੇ ਨਾਮ ਦੇ ਰਾਹੀਂ ਸੱਚੇ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਸਾਨੂੰ ਥਾਂ ਮਿਲ ਜਾਂਦੀ ਹੈ। ਨਾਨਕ ਸੱਚ ਸਦਾ ਸੱਚਿਆਰ ਸੱਚ ਸਮਾਈਐ, ਕਿ ਹੇ ਨਾਨਕ, ਜਿਸ ਦੇ ਪੱਲੇ ਸਦਾ ਸੱਚ ਹੈ, ਉਹ ਸੱਚ ਦਾ ਵਪਾਰੀ ਹੈ, ਉਹ ਸੱਚ ਦੇ ਵਿੱਚ ਹੀ ਸਮਾਇਆ ਰਹਿੰਦਾ ਹੈ। ਸ਼ਲੋਕ ਮਹਿਲਾ ਪਹਿਲਾ। ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀ ਕਹਿ ਚੜਿਆ। ਇਹਨਾਂ ਪੰਕਤੀਆਂ ਦੇ ਵਿੱਚ ਗੁਰੂ ਜੀ ਉਸ ਸਮੇਂ ਦੇ ਸਮੇਂ ਦੀ ਗੱਲ ਕਰਦੇ ਹੋਏ ਉਸ ਵਕਤ ਜੋ ਹਾਲਾਤ ਨੇ ਉਹਨਾਂ ਵੱਲ ਨੂੰ ਚਾਨਣਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਅੱਜ ਦੇ ਹਾਲਾਤਾਂ ਦੇ ਵਿੱਚ ਵੀ ਉਹ ਗੱਲਾਂ, ਇਹ ਜੋ ਗੱਲ ਹੈ ਬਿਲਕੁਲ ਲਾਗੂ ਹੁੰਦੀ ਹੈ। ਕਲ ਤੋਂ ਭਾਵ ਕਲਯੁਗੀ ਸੁਭਾਅ, ਤੇ ਕਾਤੀ ਤੋਂ ਭਾਵ ਛੁਰੀ, ਚਾਕੂ, ਜੋ ਵੀ ਕਹਿ ਲਈਏ। ਕਲ ਕਾਤੀ ਕਹਿੰਦੇ ਜੋ ਕਲਯੁਗੀ ਸੁਭਾਅ ਹੈ, ਇਹ ਇੱਕ ਛੁਰੀ ਵਰਗਾ ਹੈ। ਰਾਜੇ ਕਸਾਈ, ਇਸ ਕਲਯੁਗੀ ਸੁਭਾਅ ਦੇ ਕਰਕੇ ਜਿਹੜੇ ਰਾਜੇ ਨੇ ਉਹ ਕਸਾਈ ਬਣ ਗਏ ਨੇ, ਉਹ ਲੋਕਾਂ ਦੇ ਉੱਤੇ ਜ਼ੁਲਮ ਢਾ ਰਹੇ ਨੇ। ਤੇ ਧਰਮ ਪੰਖ ਕਰ ਉੱਡ ਰਿਹਾ, ਤੇ ਜੋ ਧਰਮ ਹੈ ਉਹ ਇਸ ਤਰ੍ਹਾਂ ਜਾਪਦਾ ਹੈ ਜਿੱਦਾਂ ਖੰਭ ਲਾ ਕੇ ਉੱਡ ਗਿਆ ਹੋਵੇ। ਕੂੜ ਅਮਾਵਸ, ਜੋ ਕੂੜ ਹੈ ਉਹ ਮੱਸਿਆ ਦੀ ਰਾਤ ਵਰਗਾ ਹੈ, ਜਿਹਦੇ ਵਿੱਚ ਕਿ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਉਹ ਇੰਨੀ ਕੂੜ ਦਾ ਜੋ ਬੋਲਬਾਲਾ ਹੈ ਦੁਨੀਆ ਦੇ ਵਿੱਚ, ਝੂਠ ਦਾ, ਫਰੇਬ ਦਾ ਇੰਨਾ ਬੋਲਬਾਲਾ ਹੈ ਕਿ ਉਹਦੇ ਵਿੱਚ ਸੱਚ ਦਾ ਚੰਦਰਮਾ ਕਦੋਂ ਚੜਿਆ। ਇਹ ਜੋ ਝੂਠ ਹੈ, ਇਹ ਜੋ ਕੂੜ ਹੈ, ਮੰਨ ਲਓ ਮੱਸਿਆ ਦੀ ਰਾਤ ਵਰਗਾ ਹੈ ਕਿ ਇਹਦੇ 'ਚ ਸੱਚ ਦਾ ਚੰਦਰਮਾ ਕਦੋਂ ਚੜਿਆ ਪਤਾ ਵੀ ਨਹੀਂ ਲੱਗਦਾ, ਉਹ ਦਿਖਦਾ ਹੀ ਨਹੀਂ। ਹਉ ਭਾਲ ਬਿਕੁੰਨੀ ਹੋਈ, ਆਧੇਰੇ ਰਾਹ ਨਾ ਕੋਈ। ਕਹਿੰਦੇ ਮੈਂ ਉਸ ਸੱਚ ਦੇ ਚੰਦਰਮਾ ਨੂੰ ਲੱਭ ਲੱਭ ਕੇ ਵਿਆਕੁਲ ਹੋ ਗਈ ਹਾਂ। ਬਿਕੁੰਨੀ ਹੋਈ, ਹੁਣ ਇੱਥੇ ਇਹ ਜੋ ਪੰਕਤੀ ਹੈ
ਇਸਤਰੀ ਲਿੰਗ ਦੇ ਵਿੱਚ ਲਿਖੀ ਗਈ ਹੈ, ਕਿਉਂਕਿ ਪੁਰਸ਼ ਲਿੰਗ ਦੇ ਵਿੱਚ ਲਿਖੀ ਜਾਂਦੀ ਤਾਂ ਵਿਕੁੰਨੀ ਦੀ ਥਾਂ ਤੇ ਵਿਕੁੰਨਾ ਹੋ ਸਕਦਾ ਸੀ, ਪਰ ਵਿਕੁੰਨੀ ਲਿਖਿਆ ਗਿਆ ਹੈ। ਅਸੀਂ ਪਹਿਲਾਂ ਵੀ ਬਹੁਤ ਵਾਰ ਦੇਖਿਆ ਹੈ ਬਾਣੀ ਦੇ ਵਿੱਚ ਗੁਰੂ ਜੀ ਨੇ ਬਾਰ-ਬਾਰ ਇਸਤਰੀ ਦੇ ਪੱਖ ਤੋਂ ਗੱਲ ਕੀਤੀ ਹੈ। ਜੀਵ ਇਸਤਰੀ ਦੀ ਉਦਾਹਰਣ ਲੈ ਕੇ ਬਹੁਤ ਗੱਲਾਂ ਹੋਈਆਂ ਨੇ, ਤਾਂ ਉਸੇ ਤਰ੍ਹਾਂ ਹੀ ਇਹ ਪੰਕਤੀ ਵੀ ਇਸਤਰੀ ਲਿੰਗ ਦੇ ਵਿੱਚ ਲਿਖੀ ਗਈ ਹੈ ਕਿ ਹਉ ਭਾਲ ਵਿਕੁੰਨੀ ਹੋਈ, ਕਿ ਮੈਂ ਉਸ ਸੱਚ ਦੇ ਚੰਦਰਮਾ ਨੂੰ ਲੱਭਦੀ ਹੋਈ ਵਿਆਕੁਲ ਹੋ ਗਈ ਹਾਂ, ਤੇ ਅਧੇਰੇ ਰਾਹ ਨਾ ਕੋਈ, ਤੇ ਹਨੇਰੇ ਦੇ ਵਿੱਚ ਮੈਨੂੰ ਕੋਈ ਰਾਹ ਨਹੀਂ ਦਿਸਿਆ। ਵਿੱਚ ਹਉਮੈ ਕਰ ਦੁੱਖ ਰੋਈ, ਕਉ ਨਾਨਕ ਕਿਨਵਿਦ ਗਤ ਹੋਈ। ਕਹਿੰਦੇ ਹਉਮੈ ਦੇ ਹਨੇਰੇ ਦੇ ਵਿੱਚ ਗੁੰਮ ਹੋਈ ਇਹ ਜੋ ਸ੍ਰਿਸ਼ਟੀ ਹੈ ਦੁੱਖ ਭੋਗ ਰਹੀ ਹੈ, ਰੋ ਰਹੀ ਹੈ। ਕਹੋ ਨਾਨਕ ਕਿਨਵਿਦ ਗਤ ਹੋਈ। ਕਹਿੰਦੇ ਹੇ ਨਾਨਕ, ਪਤਾ ਨਹੀਂ ਕਿਹੜੀਆਂ ਵਿਧੀਆਂ ਦੇ ਨਾਲ ਅਸੀਂ ਇਸ ਵਿਕਾਰ ਤੋਂ, ਇਸ ਕੂੜ ਤੋਂ ਖਲਾਸੀ ਪਾ ਸਕਦੇ ਹਾਂ, ਮੁਕਤੀ ਪਾ ਸਕਦੇ ਹਾਂ। ਮਹਿਲਾ ਤੀਜਾ। ਕਲ ਕੀਰਤ ਪ੍ਰਗਟ ਚਾਨਣ ਸੰਸਾਰ, ਗੁਰਮੁਖ ਕੋਈ ਉਤਰੈ ਪਾਰ। ਪਿਛਲੀਆਂ ਪੰਕਤੀਆਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਸਵਾਲ ਪੈਦਾ ਕੀਤਾ ਹੈ ਕਿ ਕਿਹੜੀਆਂ ਵਿਧੀਆਂ ਦੇ ਨਾਲ ਇਸ ਕਲਯੁਗੀ ਸੁਭਾਅ ਤੋਂ ਛੁਟਕਾਰਾ ਪਾਇਆ ਜਾਏ, ਤੇ ਇਹਨਾਂ ਪੰਕਤੀਆਂ ਦੇ ਵਿੱਚ ਗੁਰੂ ਅਮਰਦਾਸ ਜੀ ਜਵਾਬ ਦੇ ਰਹੇ ਨੇ ਕਿ ਇਸ ਕਲਯੁਗੀ ਸੁਭਾਅ ਨੂੰ ਅਸੀਂ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਦੂਰ ਕਰ ਸਕਦੇ ਹਾਂ। ਉਹ ਸਿਫਤ ਸਲਾਹ ਜਿਹਦਾ ਚਾਨਣ ਪੂਰੇ ਸੰਸਾਰ ਦੇ ਵਿੱਚ ਪ੍ਰਗਟ ਹੈ। ਕੋਈ ਵਿਰਲਾ ਗੁਰਮੁਖ ਹੀ, ਕੋਈ ਵਿਰਲਾ ਹੀ ਮਨੁੱਖ ਹੁੰਦਾ ਹੈ ਜੋ ਗੁਰੂ ਦੇ ਸਨਮੁਖ ਹੋ ਕੇ ਇਸ ਹਨੇਰੇ ਤੋਂ ਪਾਰ ਲੰਘ ਜਾਂਦਾ ਹੈ। ਜਿਸ ਨੂੰ ਨਦਰ ਕਰੇ ਤਿਸ ਦੇਵੈ, ਨਾਨਕ ਗੁਰਮੁਖ ਰਤਨ ਸੋ ਲੇਵੈ। ਕਿ ਹੇ ਨਾਨਕ, ਪ੍ਰਮਾਤਮਾ ਜਿਸ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ ਉਹੀ ਇਸ ਕੀਰਤ ਰੂਪ ਚਾਨਣ ਨੂੰ ਪਾ ਸਕਦਾ ਹੈ। ਉਹੀ ਗੁਰੂ ਦੇ ਸਨਮੁਖ ਹੋ ਕੇ ਪ੍ਰਮਾਤਮਾ ਦੇ ਨਾਮ ਰੂਪੀ ਰਤਨ ਨੂੰ ਲੱਭ ਲੈਂਦਾ ਹੈ, ਤੇ ਉਸ ਰਤਨ ਦੀ, ਉਸ ਨਾਮ ਦੀ ਮਦਦ ਦੇ ਨਾਲ ਇਸ ਕਲਯੁਗੀ ਹਨੇਰੇ ਤੋਂ ਪਾਰ ਲੰਘ ਜਾਂਦਾ ਹੈ। ਪੌੜੀ। ਭਗਤਾ ਤੈ ਸੈਸਾਰੀਆ, ਜੋੜ ਕਦੇ ਨਾ ਆਇਆ, ਕਰਤਾ ਆਪ ਅਭੁੱਲ ਹੈ, ਨਾ ਭੁੱਲੈ ਕਿਸੇ ਦਾ ਭੁਲਾਇਆ। ਭਗਤ ਤੋਂ ਭਾਵ ਜੋ ਪਰਮਾਤਮਾ ਦੀ ਭਗਤੀ ਕਰਨ ਵਾਲੇ ਇਨਸਾਨ ਨੇ, ਤੇ ਸੈਸਾਰੀਆ ਤੋਂ ਭਾਵ ਜੋ ਸੰਸਾਰਕ ਜੀਵ ਨੇ, ਜਿਹੜੇ ਮਨੁੱਖ ਆਪਦੀ ਜੋ ਮਾਇਆ ਰੂਪ ਦੁਨੀਆ ਹੈ ਉਹਦੇ ਵਿੱਚ ਹੀ ਰੁੱਝੇ ਹੋਏ ਨੇ। ਕਹਿੰਦੇ ਭਗਤਾ ਤੈ ਸੈਸਾਰੀਆ, ਜੋੜ ਕਦੇ ਨਾ ਆਇਆ, ਕਿ ਜੋ ਭਗਤ ਨੇ ਤੇ ਦੁਨੀਆਦਾਰ ਲੋਕ ਨੇ ਉਹਨਾਂ ਦਾ ਕਦੇ ਜੋੜ ਨਹੀਂ ਬਣਦਾ, ਉਹਨਾਂ ਦਾ ਕਦੇ ਮੇਲ ਨਹੀਂ ਬਣਦਾ। ਕਰਤਾ ਆਪ ਅਭੁੱਲ ਹੈ। ਪਰ ਕਹਿੰਦੇ ਇਹ ਗੱਲ ਜਿਹੜੀ ਹੈ ਇਹ ਕੋਈ ਦੁਨੀਆ ਦੇ ਵਿੱਚ ਖੋਟ ਨਹੀਂ ਹੈ। ਇਹ ਨਹੀਂ ਹੈ ਕਿ ਇਹ ਇਸ ਸੰਸਾਰ ਦੇ ਵਿੱਚ ਕੋਈ ਪਰਮਾਤਮਾ ਵੱਲੋਂ ਕਮੀ ਰਹਿ ਗਈ ਹੈ। ਉਹ ਪਰਮਾਤਮਾ ਆਪ ਅਭੁੱਲ ਹੈ, ਭਾਵ ਉਹ ਆਪ ਗਲਤੀਆਂ ਨਹੀਂ ਕਰਦਾ। ਨਾ ਭੁੱਲੈ ਕਿਸੇ ਦਾ ਭੁਲਾਇਆ, ਤੇ ਕਿਸੇ ਜੇਕਰ ਕੋਈ ਉਹਦੇ ਉੱਪਰ ਜ਼ੋਰ ਵੀ ਪਾਏ ਤਾਂ ਕਿਸੇ ਦੇ ਜ਼ੋਰ ਅੰਦਰ ਆ ਕੇ ਵੀ ਉਹ ਗਲਤੀ ਨਹੀਂ ਕਰਦਾ। ਭਗਤ ਆਪੇ ਮੇਲਿਅਨ, ਜਿਨੀ ਸੱਚੋ ਸੱਚ ਕਮਾਇਆ, ਸੈਸਾਰੀ ਆਪ ਖੁਆਇਨ, ਜਿਨੀ ਕੂੜ ਬੋਲ ਬੋਲ ਬਿਖ ਖਾਇਆ। ਭਗਤ ਤੇ ਸੰਸਾਰੀ ਜਿਹੜੇ ਨੇ ਉਹ ਵੱਖ-ਵੱਖ ਬਣਾ ਕੇ ਪਰਮਾਤਮਾ ਨੇ ਕੋਈ ਗਲਤੀ ਨਹੀਂ ਕੀਤੀ। ਇਹ ਉਹਦੀ ਆਪਣੀ ਹੀ ਰਜ਼ਾ ਹੈ, ਆਪਣੀ ਹੀ ਰਜ਼ਾ, ਆਪਣੇ ਹੀ ਹੁਕਮ ਦੇ ਨਾਲ ਉਹਨੇ ਆਪਣੇ ਭਗਤ ਬਣਾਏ ਨੇ, ਜਿਹੜੇ ਉਹਦੇ ਚਰਨਾਂ ਦੇ ਵਿੱਚ ਮਿਲੇ ਹੋਏ ਨੇ, ਜਿਹੜੇ ਉਹਦੇ ਨਾਮ ਦਾ ਸੱਚ ਕਮਾਉਂਦੇ ਨੇ। ਤੇ ਆਪ ਹੀ ਉਸਨੇ ਸੰਸਾਰੀ ਜੀਵ, ਸੰਸਾਰੀ ਮਨੁੱਖ, ਦੁਨੀਆਦਾਰੀ ਮਨੁੱਖ ਪੈਦਾ ਕੀਤੇ ਨੇ, ਜਿਹੜੇ ਕਿ ਪ੍ਰਮਾਤਮਾ ਦੇ ਰਾਹ ਤੋਂ ਖੁਆਇਨ ਭਾਵ ਖੁੰਝੇ ਹੋਏ ਨੇ। ਜਿੰਨੀ ਕੂੜ ਬੋਲ ਬੋਲ ਬਿਖ ਖਾਇਆ, ਜਿਹੜੇ ਕਿ ਝੂਠ ਬੋਲ ਬੋਲ ਕੇ ਮਾਇਆ ਇਕੱਠੀ ਕਰਨ ਦੇ ਵਿੱਚ ਰੁੱਝੇ ਹੋਏ ਨੇ, ਤੇ ਇਸ ਤਰ੍ਹਾਂ ਉਹ ਆਤਮਿਕ ਮੌਤ ਰੂਪੀ ਜ਼ਹਿਰ ਖਾ ਰਹੇ ਨੇ। ਚੱਲਣ ਸਾਰ ਨਾ ਜਾਣਨੀ, ਕਾਮ ਕ੍ਰੋਧ ਵਿਸ ਵਧਾਇਆ। ਸਾਰ ਤੋਂ ਭਾਵ ਸਮਝ ਆਉਣੀ, ਤੇ ਚੱਲਣ ਇੱਕ ਸ਼ਬਦ ਦੇ ਵਿੱਚ ਹੀ ਗੁਰੂ ਜੀ ਇੱਕ ਕਿਰਿਆ ਨੂੰ ਦਰਸਾ ਰਹੇ ਨੇ। ਉਹ ਕਿਰਿਆ ਹੈ ਇਸ ਸੰਸਾਰ ਤੋਂ ਚਲੇ ਜਾਣ ਦੀ। ਕਹਿੰਦੇ ਕਿ ਚੱਲਣ ਸਾਰ ਨਾ ਜਾਣਨੀ, ਕਿ ਜਿਹੜੇ ਸੰਸਾਰੀ ਜੀਵ ਨੇ ਉਹ ਇਸ ਗੱਲ ਨੂੰ ਨਹੀਂ ਸਮਝਦੇ ਕਿ ਇਸ ਦੁਨੀਆ ਤੋਂ ਚਲੇ ਵੀ ਜਾਣਾ ਹੈ। ਇਸ ਗੱਲ ਨੂੰ ਨਾ ਸਮਝ ਕੇ ਕਾਮ ਕ੍ਰੋਧ ਰੂਪ ਜ਼ਹਿਰ ਆਪਣੇ ਅੰਦਰ ਉਹ ਵਧਾ ਰਹੇ ਨੇ। ਭਗਤ ਕਰਨ ਹਰ ਚਾਕਰੀ, ਜਿਨੀ ਅਨੰਦਨ ਨਾਮ ਧਿਆਇਆ। ਤੇ ਜਿਹੜੇ ਪ੍ਰਮਾਤਮਾ ਦੇ ਭਗਤ ਨੇ ਉਹ ਉਸ ਪ੍ਰਮਾਤਮਾ ਦੀ ਬੰਦਗੀ ਕਰਦੇ ਨੇ, ਹਰ ਰੋਜ਼ ਕਰਦੇ ਨੇ, ਹਰ ਰੋਜ਼ ਉਸ ਪ੍ਰਮਾਤਮਾ ਦਾ ਨਾਮ ਧਿਆਉਂਦੇ ਨੇ। ਦਾਸਨ ਦਾਸ ਹੋਏ ਕਹਿ, ਜਿਨੀ ਵਿੱਚੋਂ ਆਪ ਗਵਾਇਆ। ਕਹਿੰਦੇ ਜਿਹਨੇ ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰ ਲਈ,
ਉਹ ਦਾਸਾਂ ਦਾ ਵੀ ਦਾਸ ਬਣ ਜਾਂਦਾ ਹੈ, ਸੇਵਕਾਂ ਦਾ ਵੀ ਸੇਵਕ ਬਣ ਜਾਂਦਾ ਹੈ। ਉਹਨਾਂ ਖਸਮੈ ਕੈ ਦਰ ਮੁਖ ਉਜਲੇ ਸੱਚੇ ਸ਼ਬਦ ਸੁਹਾਇਆ। ਤੇ ਇਸ ਤਰ੍ਹਾਂ ਸੇਵਕਾਂ ਦਾ ਸੇਵਕ ਬਣ ਕੇ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰਕੇ ਜਿਹੜਾ ਇਨਸਾਨ ਬੈਠਾ ਹੈ, ਉਹਦਾ ਪਰਮਾਤਮਾ ਦੇ ਦਰ ਦੇ ਉੱਤੇ ਮੁਖ ਵੀ ਉਜਲਾ ਹੁੰਦਾ ਹੈ, ਉਹਦੇ ਦਰ ਦੇ ਉੱਤੇ ਉਹ ਸ਼ੋਭਾ ਵੀ ਖੱਟਦਾ ਹੈ। ਸ਼ਲੋਕ ਮਹਿਲਾ ਪਹਿਲਾ। ਸਵਾਹੀ ਸਲਾਹ ਜਿਨੀ ਧਿਆਇਆ ਇੱਕ ਮਨ, ਸੇਈ ਪੂਰੇ ਸਾਹ ਵਖਤੈ ਉੱਪਰ ਲੜ ਮੋਏ। ਸਵਾਹੀ ਤੋਂ ਭਾਵ ਸੁਬਾ ਅੰਮ੍ਰਿਤ ਵੇਲੇ। ਸਵਾਹੀ ਸਲਾਹ ਕਹਿੰਦੇ ਜੋ ਮਨੁੱਖ ਅੰਮ੍ਰਿਤ ਵੇਲੇ ਸੁਬਾ ਦੇ ਵੇਲੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ। ਜਿਨੀ ਧਿਆਇਆ ਇੱਕ ਮਨ ਇਕਾਗਰ ਚਿੱਤ ਹੋ ਕੇ ਉਸ ਪਰਮਾਤਮਾ ਨੂੰ ਧਿਆਉਂਦੇ ਨੇ। ਵਖਤੈ ਉੱਪਰ ਯਾਨੀ ਕਿ ਵੇਲੇ ਸਿਰ, ਲੜ ਮੋਏ ਆਪਣੇ ਆਲਸ ਦੇ ਨਾਲ, ਆਪਣੇ ਮਨ ਦੇ ਨਾਲ ਜੰਗ ਕਰਕੇ ਉਸ ਜੰਗ ਨੂੰ ਜਿੱਤਦੇ ਨੇ। ਕਿਉਂਕਿ ਸੁਬਾ ਦੇ ਵੇਲੇ ਦੇ ਵਿੱਚ ਉੱਠ ਜਾਣਾ ਆਪਣੇ ਮਨ ਦੇ ਨਾਲ ਜੰਗ ਹੁੰਦੀ ਹੈ। ਕਿਸੇ ਵੀ ਇਨਸਾਨ ਦਾ ਦਿਲ ਨਹੀਂ ਕਰਦਾ ਉੱਠਣ ਨੂੰ, ਪਰ ਦੁਨਿਆਵੀ ਮਜਬੂਰੀਆਂ ਕਹਿ ਲਈਏ ਕਿ ਸਾਨੂੰ ਉੱਠਣਾ ਪੈਂਦਾ ਹੈ। ਜਿਹੜਾ ਇਨਸਾਨ ਆਪਣੇ ਮਨ ਦੇ ਨਾਲ ਜੰਗ ਕਰਕੇ ਉਸ ਜੰਗ ਨੂੰ ਜਿੱਤ ਲੈਂਦਾ ਹੈ, ਉਹ ਸੁਬਾ ਜਲਦੀ ਉੱਠ ਕੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਲੱਗ ਜਾਂਦਾ ਹੈ। ਬੇਸ਼ੱਕ ਉਹ ਦੁਨਿਆਵੀ ਕਾਰਜ ਹੋਣ ਤੇ ਬੇਸ਼ੱਕ ਉਹ ਪਰਮਾਤਮਾ ਦੀ ਬੰਦਗੀ ਹੋਏ। ਤੇ ਜਿਹੜਾ ਇਨਸਾਨ ਉਸ ਜੰਗ ਨੂੰ ਨਹੀਂ ਜਿੱਤ ਪਾਉਂਦਾ, ਉਹ ਆਲਸ ਅੱਗੇ ਗੋਡੇ ਟੇਕ ਦਿੰਦਾ ਹੈ ਤੇ ਪਿਆ ਹੀ ਰਹਿੰਦਾ ਹੈ। ਤਾਂ ਗੁਰੂ ਜੀ ਕਹਿੰਦੇ ਕਿ ਵਕਤ ਹੈ ਉੱਪਰ ਲੜ ਮੋਏ, ਤੇ ਜਿਹੜੇ ਵੇਲੇ ਸਿਰ ਆਪਣੇ ਮਨ ਦੇ ਨਾਲ ਉਸ ਜੰਗ ਨੂੰ ਜਿੱਤ ਲੈਂਦੇ ਨੇ, ਸੇਈ ਪੂਰੇ ਸਾਹ, ਉਹ ਪੂਰੇ ਸ਼ਾਹ ਹਨ, ਉਹ ਬਾਦਸ਼ਾਹ ਹਨ। ਦੂਜੇ ਬਹੁਤੇ ਰਾਹ ਮਨ ਕੀਆ ਮੱਤੀ ਖਿੰਡੀਆ। ਦੂਜੇ ਤੋਂ ਭਾਵ ਦੂਜਾ ਪਹਿਰ। ਕਹਿੰਦੇ ਦੂਜੇ ਪਹਿਰ ਦੇ ਵਿੱਚ ਜਿਹੜਾ ਸਾਡਾ ਮਨ ਹੈ ਉਹ ਬਹੁਤ ਰਾਹਾਂ ਵੱਲ ਨੂੰ ਭੱਜਦਾ ਹੈ। ਦੂਜਾ ਬਹੁਤੇ ਰਾਹ, ਦੂਜਾ ਪਹਿਰ ਜਦੋਂ ਚੜ੍ਹ ਜਾਂਦਾ ਹੈ ਤਾਂ ਸਾਡੇ ਮਨ ਦੇ ਕੋਲੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਸੋਚਣ ਨੂੰ, ਬਹੁਤ ਸਾਰੇ ਫੈਸਲੇ ਹੁੰਦੇ ਨੇ ਲੈਣ ਨੂੰ। ਪਰ ਜੋ ਸੁਬਾਹ ਦਾ ਵੇਲਾ ਹੈ ਉਸ ਵਕਤ ਦਾ ਸਭ ਤੋਂ ਜ਼ਰੂਰੀ ਫੈਸਲਾ ਇਹੀ ਹੁੰਦਾ ਹੈ ਕਿ ਉੱਠ ਜਾਈਏ ਜਾਂ ਸੁੱਤੇ ਹੀ ਰਹੀਏ। ਦੂਜਾ ਬਹੁਤੇ ਰਾਹ ਮਨ ਕੀਆ ਮੱਤੀ ਖਿੰਡੀਆ। ਜੋ ਸਾਡੀ ਮੱਤ ਹੈ ਉਹ ਚੌਹੀਂ ਪਾਸੀ ਕਈ ਤਰ੍ਹਾਂ ਦੀਆਂ ਵਾਸਨਾਵਾਂ ਵੱਲ ਨੂੰ ਖਿੰਡ ਜਾਂਦੀ ਹੈ। ਬਹੁਤ ਪਏ ਅਸਗਾਹ ਗੋਤੇ ਖਾਹੇ ਨਾ ਨਿਕਲ ਹੈ। ਅਸਗਾਹ ਤੋਂ ਭਾਵ ਦੁਨਿਆਵੀ ਝਮੇਲੇ ਜਾਂ ਦੁਨਿਆਵੀ ਕਾਰਜਾਂ ਦਾ ਇੱਕ ਅਥਾਹ ਸਮੁੰਦਰ। ਕਹਿੰਦੇ ਕਿ ਬਹੁਤ ਪਏ ਅਸਗਾਹ, ਕਿ ਬਹੁਤੇ ਮਨੁੱਖ ਜਿਹੜੇ ਨੇ ਇਸ ਦੂਜੇ ਪਹਿਰ ਦੇ ਵਿੱਚ ਦੁਨਿਆਵੀ ਝਮੇਲਿਆਂ ਦੇ ਵਿੱਚ, ਦੁਨਿਆਵੀ ਕੰਮਾਂ ਕਾਰਾਂ ਦੇ ਵਿੱਚ ਪੈ ਜਾਂਦੇ ਨੇ। ਉਹਨਾਂ ਦੇ ਵਿੱਚ ਹੀ ਗੋਤੇ ਖਾਂਦੇ ਰਹਿੰਦੇ ਨੇ ਤੇ ਬਾਹਰ ਹੀ ਨਹੀਂ ਨਿਕਲ ਪਾਉਂਦੇ। ਤੀਜਾ ਮੁਹੀ ਗਿਰਾ ਭੁੱਖ ਤਿੱਖਾ ਦੋਏ ਭੌਕੀਆ। ਭੌਕੀਆ ਤੋਂ ਭਾਵ ਚਮਕ ਪੈਣਾ। ਕਹਿੰਦੇ ਜੋ ਤੀਜਾ ਪਹਿਰ ਹੈ ਉਸ ਵਕਤ ਸਾਡੀ ਭੁੱਖ ਤੇ ਤ੍ਰੇਹ ਚਮਕ ਪੈਂਦੀ ਹੈ, ਸਾਨੂੰ ਭੁੱਖ ਲੱਗਣ ਲੱਗਦੀ ਹੈ, ਤੇਹ ਲੱਗਣ ਲੱਗਦੀ ਹੈ। ਤੇ ਮੋਹੀ ਗਿਰਾ ਅਸੀਂ ਰੋਟੀ ਵਗੈਰਾ ਕੁਝ ਵੀ ਜੋ ਅਸੀਂ ਖਾਂਦੇ ਹਾਂ, ਖਾਣਾ ਖਾਣ ਦੇ ਵਿੱਚ ਲੱਗ ਜਾਂਦੇ ਹਾਂ। ਖਾਧਾ ਹੋਏ ਸੁਆਹ ਭੀ ਖਾਣੇ ਸਿਓ ਦੋਸਤੀ। ਕਿ ਉਸ ਵਕਤ ਜੋ ਅਸੀਂ ਪਹਿਲਾਂ ਦਾ ਖਾਧਾ ਹੁੰਦਾ ਹੈ ਉਹ ਸੁਆਹ ਹੋ ਚੁੱਕਿਆ ਹੁੰਦਾ ਹੈ, ਉਹ ਪਚ ਚੁੱਕਿਆ ਹੁੰਦਾ ਹੈ ਤੇ ਨਵਾਂ ਖਾਣ ਦੀ ਹੁਣ ਸਾਨੂੰ ਤਾਂਘ ਪੈਦਾ ਹੋ ਜਾਂਦੀ ਹੈ। ਚੌਥਾ ਆਈ ਊਂਘ ਅੱਖੀ ਮੀਟ ਪਵਾਰ ਗਿਆ। ਕਹਿੰਦੇ ਚੌਥੇ ਪਹਿਰ ਨੀਂਦ ਆ ਦਬਾਉਂਦੀ ਹੈ। ਚੌਥੇ ਆਈ ਊਂਘ ਤੋਂ ਭਾਵ ਨੀਂਦਰ ਆ ਜਾਣਾ। ਅੱਖੀ ਮੀਟ ਪਵਾਰ ਗਿਆ ਤੋਂ ਭਾਵ ਗੂੜੀ ਨੀਂਦ ਦੇ ਵਿੱਚ ਸੌਂ ਜਾਣਾ। ਕਹਿੰਦੇ ਅੱਖਾਂ ਮੀਚ ਕੇ ਗੂੜੀ ਨੀਂਦ ਦੇ ਵਿੱਚ ਮਨੁੱਖ ਸੌਂ ਜਾਂਦਾ ਹੈ। ਭੀ ਉੱਠ ਰਚਿਓਨ ਵਾਦ ਸੈ ਵਰਿਆਂ ਕੀ ਪਿੜ ਵੱਧੀ। ਤੇ ਫਿਰ ਸੁਬਾਹ ਉੱਠ ਕੇ ਆਪਣਾ ਜੋ ਵਾਦ ਹੈ, ਵਾਦ ਤੋਂ ਭਾਵ ਜੋ ਦੁਨਿਆਵੀ ਝਮੇਲੇ ਨੇ ਉਹਨਾਂ ਨੂੰ ਫਿਰ ਤੋਂ ਰਚ ਲੈਂਦਾ ਹੈ, ਭਾਵ ਫਿਰ ਤੋਂ ਕੰਮਾਂ ਕਾਰਾਂ ਦੇ ਵਿੱਚ ਰੁੱਝ ਜਾਂਦਾ ਹੈ। ਉਹਨੇ 100 ਵਰਿਆਂ ਦੀ ਜੋ ਇਹ ਜੀਵਨ ਘੋਲ ਹੈ ਉਹ ਰਚਿਆ ਹੋਇਆ ਹੈ। ਆਪਣੀ ਜ਼ਿੰਦਗੀ ਦੇ ਵਿੱਚ ਮਨੁੱਖ ਨੇ ਆਉਣ ਵਾਲੇ 100 ਸਾਲਾਂ ਤੱਕ ਦਾ ਵੀ ਪਲੈਨਿੰਗ ਕਰ ਰੱਖੀ ਹੁੰਦੀ ਹੈ ਕਿ ਮੈਂ ਇਹ ਕਰਨਾ ਹੈ, ਮੈਂ ਉਹ ਕਰਨਾ ਹੈ, ਇਹਦੇ ਲਈ ਮੈਨੂੰ ਆਹ ਚਾਹੀਦਾ ਹੈ। ਭਾਵ ਕਿ ਉਹਦੀ ਭੁੱਖ ਮਿਟਦੀ ਨਹੀਂ। ਉਹ ਆਉਣ ਵਾਲੇ ਸਮੇਂ ਨੂੰ ਸੋਚ ਕੇ ਧਨ ਪਦਾਰਥ ਤੇ ਜਾਇਦਾਦਾਂ ਇਕੱਠੀਆਂ ਕਰਨ ਦੇ ਵਿੱਚ ਲੱਗਿਆ ਰਹਿੰਦਾ ਹੈ। ਸਵੇ ਵੇਲਾ ਵਕਤ ਸਭ ਜੇ ਅੱਠੀ ਭਉ ਹੋਏ, ਨਾਨਕ ਸਾਹਿਬ ਮਨ ਵਸੈ ਸੱਚਾ ਨਾਵਨ ਹੋਏ। ਕਹਿੰਦੇ ਹਰ ਵਕਤ ਹਰ ਸਮੇਂ ਜੇ ਅੱਠੀ ਭਉ ਹੋਏ ਤੋਂ ਭਾਵ ਕਿ ਉਸ ਪਰਮਾਤਮਾ ਦਾ ਡਰ ਅਦਬ ਸਾਡੇ ਅੰਦਰ ਹੋਣਾ, ਕਿ ਅੱਠੇ ਪਹਿਰ ਉਸ ਪਰਮਾਤਮਾ ਦਾ ਡਰ ਅਦਬ ਸਾਡੇ ਅੰਦਰ
ਹੋਣਾ ਚਾਹੀਦਾ ਹੈ। ਜੇਕਰ ਸੱਚਾ ਪ੍ਰਮਾਤਮਾ ਮਨ ਦੇ ਵਿੱਚ ਵਸਿਆ ਹੋਵੇ ਤਾਂ ਸੱਚਾ ਨਹਾਵਣ ਹੋ ਜਾਂਦਾ ਹੈ, ਇੱਕ ਸੱਚਾ ਇਸ਼ਨਾਨ ਹੋ ਜਾਂਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 145ਵੇਂ ਅੰਗ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਵੀਡੀਓ ਨੂੰ ਵੇਖਣ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਚੰਗੀ ਲੱਗੀ ਹੋਵੇ ਤਾਂ ਅੱਗੇ ਜ਼ਰੂਰ ਸ਼ੇਅਰ ਕਰ ਦਿਓ। ਗੁਰੂ ਦੀ ਬਾਣੀ ਦੇ ਨਾਲ ਇਸੇ ਤਰ੍ਹਾਂ ਹੀ ਜੁੜਦੇ ਰਹੋ। ਇੱਥੇ ਹੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।